भारतीय जनता पार्टी ਨੂੰ ਕਿਹੜੀ ਸਮਝ ਜਾਂ ਤਾਂ ਪਤਾ ਨਹੀਂ ਉਹ ਉੱਪਰੋਂ ਹੀ ਆਏ ਆ ਕੋਈ ਮੇਰੇ ਖਿਆਲ ਚਾਂਦ ਚੂਨ ਤੋਂ ਆਏ ਹੋਣੇ ਜਿਹੜੇ ਸਾਨੂੰ ਤਾਂ ਐਸਟਰੋਨੌਟ ਹੁੰਦੇ ਨਾ ਦੂਜੇ ਦੇਸ਼ ਤੋਂ ਏਲੀਅਨਸ ਕਹਿੰਦੇ ਜਿਹਨੂੰ ਵੀ ਏਲੀਅਨਸ ਦੀ ਭਾਸ਼ਾ ਸਮਝ ਨਹੀਂ ਆਉਂਦੀ ਟੈਕਨੋਲੋਜੀ ਲੱਭਦੇ ਆ ਜਿਹੜੀ ਉਹਨਾਂ ਨੂੰ ਸਾਡੀ ਭਾਸ਼ਾ ਸਮਝ ਆਵੇ ਤੇ ਉਹ ਸਾਡੀ ਉਹਨਾਂ ਨੂੰ ਸਮਝ ਆਵੇ ਇਹ ਟੈਕਨੋਲੋਜੀ ਲੱਭਣੀ ਪੈਣੀ ਇੱਥੇ ਤਾਂ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਕਈ ਵਾਰੀ ਕੀ ਹੁੰਦਾ ਉਹ ਕਹਿੰਦੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਪਰ ਗੱਲ ਹੁਣ ਕਹਿ ਵੀ ਦਿੰਦਾ ਆ 51 ਖੋਤੇ ਜਿੱਤ ਜਾਂਦੇ ਆ 49 ਘੋੜੇ ਹਾਰ ਜਾਂਦੇ ਆ ਹਾਰ ਜਿੱਤ ਵੱਡੀ ਨਹੀਂ ਹੁੰਦੀ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਵੱਡਾ ਹੁੰਦਾ ਆ ਕਾਂਗਰਸ ਤੇ ਬੀਜੇਪੀ ਆਪਸ 'ਚ ਇੱਕ ਫਿਕਸ ਮੈਚ ਖੇਡ ਰਹੀ ਆ ਖਾਸ ਕਰਕੇ ਜੇ ਕਾਂਗਰਸ ਦੀ ਗੱਲ ਕਰਾਂ ਤਾਂ ਰਣਜੀਤ ਬਿੱਟੂ ਜੀ ਜਿਹੜੇ ਮੋਹਰੀ ਕਤਾਰ 'ਚ ਖੜੇ ਆ ਇੱਕ ਦਿਨ ਉਹਨਾਂ ਨੂੰ ਖਾਲਿਸਤਾਨੀ ਦਿਖਦੇ ਆ ਦੂਜੇ ਦਿਨ ਕਿਸਾਨ ਦਿਖਦੇ ਆ ਤੇ ਤੀਜੇ ਦਿਨ ਫਿਰ ਡਰਾਮੇਬਾਜ਼ੀ ਕਰਦੇ ਮੈਂ ਕਹਿੰਦਾ ਚੁਣ ਕੇ ਕੱਢਾਂਗਾ ਤਾਂ ਬੀਜੇਪੀ ਦੇ ਵੱਲੋਂ ਵੀ ਮੁੱਦਾ ਚੱਕਿਆ ਗਿਆ ਸੀ ਧਰਨੇ ਲੱਗ ਰਹੇ ਨੇ ਲਗਾਤਾਰ ਲੜੀਵਾਰ ਧਰਨੇ ਲਗਾ ਰਹੇ ਨੇ ਤੇ ਮੈਂ ਉਹੀ ਤਾਂ ਕਹਿ ਰਿਹਾ ਨਾ ਦੋਨੋਂ ਫਿਕਸ ਮੈਚ ਖੇਡ ਰਹੇ ਆ ਇੱਦਾਂ ਦੀ ਰਾਜਨੀਤੀ ਹੈ ਪੁਰਾਣੀ ਹੋ ਚੁੱਕੀ ਹੈ ਜਿਹੜੇ ਕਾਂਗਰਸ ਵਾਲੇ ਅੱਜ ਕਿਸਾਨਾਂ ਦੇ ਨਾਲ ਖੜਨ ਦੀ ਕੋਸ਼ਿਸ਼ ਕਰਦੇ ਆ ਤੇ ਭੱਜੇ ਕਿਉਂ ਭੱਜ ਕੇ ਕਿੱਥੇ ਚਲੇ ਗਏ ਇਟਲੀ ਰਾਹੁਲ ਗਾਂਧੀ ਸੋਨੀਆ ਗਾਂਧੀ ਇਕੱਲਾ ਜਿਹੜਾ ਕਾਂਗਰਸ ਤੇ ਬੀਜੇਪੀ ਇੱਦਾਂ ਗੇਮ ਖੇਡ ਰਹੀ ਹੈ ਨਾਲ ਤਾਂ ਵਿਰੋਧ ਤਾਂ ਅਕਾਲੀ ਦਲ ਵੀ ਬਹੁਤ ਕਰ ਰਹੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾਈਆਂ ਜਾ ਰਹੀਆਂ ਅਕਾਲੀ ਦਲ ਦੇ ਖਿਲਾਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਬਿਕਰਮ ਸਿੰਘ ਜੀਠੀਆ ਸਾਹਿਬ ਨੂੰ ਬੜੇ ਆਣੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕੇਜਰੀਵਾਲ ਸਾਹਿਬ ਦੀ ਗੱਲ ਹੀ ਕਰ ਲਓ ਫਿਰ ਬਾਅਦ ਚ ਮਾਫੀ ਮੰਗ ਕੇ ਛੁੱਟੇ ਸੀ ਨਾ ਸੁਖਬੀਰ ਸਿੰਘ ਬਾਦਲ ਜੀ ਫਤਿਹਗੜ੍ਹ ਸਾਹਿਬ ਪਹੁੰਚੇ ਤਾਂ ਉੱਥੇ ਬਾਅਦ ਵਿੱਚ ਵਿਰੋਧ ਕੀਤਾ ਗਿਆ ਬਹੁਤ ਸਾਰੇ ਇੱਥੇ ਸੰਗਤਾਂ ਜਿਹੜੇ ਪਹੁੰਚੀਆਂ ਸੀ ਉਹਨਾਂ ਨੇ ਉੱਥੋਂ ਵਿਰੋਧ ਕਰਕੇ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਹੜੇ ਬੀਬੀ ਸਿਮਰਤ ਕੌਰ ਬਾਦਲ ਜੀ ਜਿਹੜੇ ਨੇ ਉਹਨਾਂ ਦੇ ਖਿਲਾਫ ਵੀ ਜਿਹੜੇ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤਾਂ ਉਸ ਤੇ ਤੁਸੀਂ ਕੀ ਕਹਿਣਾ ਹੈ ਉੱਥੇ ਸਿਆਸਤਬਾਜ਼ਾਂ ਦਾ ਕੋਈ ਕੰਮ ਨਹੀਂ ਸਿਆਸਤ ਨਹੀਂ ਕਰਨੀ ਚਾਹੀਦੀ ਪਰ ਕੁਝ ਲੋਕ ਇਹੋ ਜਿਹੇ ਲੋਕ ਆ ਜਿਹੜੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਭਾਜਪਾ ਦੇ ਵੱਲੋਂ ਕੱਲ ਜਿਹੜੀ ਹੈ ਪ੍ਰਦਰਸ਼ਨ ਜਦੋਂ ਕੀਤਾ ਗਿਆ ਸੀ ਤਾਂ ਬਹੁਤ ਸਾਰੀ ਸਿਕਿਉਰਿਟੀ ਸੀਗੀ ਉਹਨਾਂ ਦੀ ਦੇਖਣ ਦੀ ਲਾਈਵ ਵੀ ਦੇਖਣ ਬਹੁਤ ਸਾਰੀ ਵੀਡੀਓਜ਼ ਵੀ ਦੇਖੀਆਂ ਹੋਣੀਆਂ ਚੈਨਲਸ ਦੇ ਉੱਤੇ ਤੇ ਜਦੋਂ ਜਵਾਬ ਮੰਗਣ ਦੀ ਕੋਸ਼ਿਸ਼ ਕੀਤੀ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉੱਥੋਂ ਜਿਹੜੇ ਪ੍ਰਧਾਨ ਸੀਗੇ ਲੁਧਿਆਣੇ ਦੇ ਉਹ ਭੱਜ ਗਏ ਉੱਥੋਂ ਤੇ ਜੇ ਲੋਕਾਂ ਦੇ ਸਵਾਲ ਤੋਂ ਜੇ ਭੱਜ ਜਾਾਂਗੇ ਤੇ ਫਿਰ ਜਵਾਬ ਕਿਹੜੇ ਟਾਈਮ ਲਾਓਗੇ ਕਿਹੜੇ ਮੂੰਹ ਨਾਲ ਜਾ ਕੇ ਘਰ ਜਾ ਕੇ ਵੋਟਾਂ ਮੰਗੋਗੇ ਕਿਹੜੇ ਮੂੰਹ ਨਾਲ ਮੋਦੀ ਸਾਹਿਬ ਦੀ ਫੋਟੋ ਲੈ ਕੇ ਜਾਓਗੇ ਕਿਹੜੇ ਮੂੰਹ ਨਾਲ ਕਮਲ ਦਾ ਝੰਡਾ ਲੈ ਕੇ ਜਾਓਗੇ ਗੁਰਦੀਪ ਸਿੰਘ ਗੋਸ਼ਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਉਹਨਾਂ ਨਾਲ ਗੋਸ਼ਾ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਮੀਟਿੰਗ ਕਰ ਰਹੇ ਹੋ ਕੀ ਮੁੱਦਾ ਕੀ ਸੀਗਾ ਦੇਖੋ ਪਹਿਲਾ ਤਾਂ ਮੁੱਦਾ ਇਹ ਹੈ ਵੀ ਜਿਹੜੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਹੇ ਸੀ ਲੋਕਡਾਊਨ ਦੇ ਵਿੱਚ ਵੀ ਤੇ ਕਿਸਾਨੀ ਮੁੱਦੇ ਤੇ ਵੀ ਮੇਰੇ ਨਾਲ ਜਾ ਕੇ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰ ਰਹੇ ਸੀ ਉਹਨਾਂ ਦੀ ਜਿਹੜੀ ਸਾਡੀ ਨੀਤੀ ਨਾਲ ਜੁੜੇ ਆ ਉਹਨਾਂ ਨੂੰ ਅੱਜ ਕਵਲ ਜੀ ਉਹਨਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਤੇ ਨੌਜਵਾਨ ਜਿਹੜੇ ਨਵੇਂ ਜੁੜੇ ਆ ਸੋਨੂ ਜੀ ਡਿੰਪਲ ਜੀ ਉਹਨਾਂ ਦਾ ਵੈਲਕਮ ਕੀਤਾ ਗਿਆ ਤੇ ਦੂਜੀ ਗੱਲ ਰਹਿ ਗਈ ਜਿਹੜੀ ਬੜੀ ਵੱਡੀ ਗੱਲ ਕਹਿ ਸਕਦੇ ਆ ਕਿਉਂਕਿ ਮਨ 'ਚ ਦਰਦ ਉੱਠਦਾ ਇੱਕ ਪਾਸੇ ਕਿਸਾਨੀ ਸੰਘਰਸ਼ ਆ ਰਿਹਾ ਲੋਕ ਸੇਵਾ ਕਰ ਰਹੇ ਆ ਸਮਾਜ ਦੀ ਲੋਕ ਸੜਕਾਂ ਤੇ ਸੌਣ ਨੂੰ ਮਜਬੂਰ ਹੈ ਦੂਜੇ ਪਾਸੇ ਕਾਂਗਰਸ ਤੇ ਬੀਜੇਪੀ ਆਪਸ 'ਚ ਇੱਕ ਫਿਕਸ ਮੈਚ ਖੇਡ ਰਹੀ ਆ ਖਾਸ ਕਰਕੇ ਜੇ ਕਾਂਗਰਸ ਦੀ ਗੱਲ ਕਰਾਂ ਤਾਂ ਰਣਜੀਤ ਬਿੱਟੂ ਜੀ ਜਿਹੜੇ ਮੋਹਰੀ ਕਤਾਰ 'ਚ ਖੜੇ ਆ ਇੱਕ ਦਿਨ ਉਹਨਾਂ ਨੂੰ ਖਾਲਿਸਤਾਨੀ ਦਿਖਦੇ ਆ ਦੂਜੇ ਦਿਨ ਕਿਸਾਨ ਦਿਖਦੇ ਆ ਤੇ ਤੀਜੇ ਦਿਨ ਫਿਰ ਡਰਾਮੇਬਾਜ਼ੀ ਕਰਦੇ ਮੈਂ ਕਹਿੰਦਾ ਚੁਣ ਕੇ ਕੱਢਾਂਗਾ ਤੇ ਚੌਥੇ ਦਿਨ ਕਹਿੰਦੇ ਆ ਵੀ ਤੁਸੀਂ ਦੇਖ ਸਕਦੇ ਹੋ ਵੀ ਉਹਨਾਂ ਨੇ ਕਿੱਡੀ ਨਿੰਦਣਯੋਗ ਗੱਲ ਕੀਤੀ ਸੀ ਵੀ ਲਾਸ਼ਾਂ ਦੇ ਢੇਰ ਵਿਛਾ ਦਿਆਂਗੇ ਕਿਹਦੀਆਂ ਲਾਸ਼ਾਂ ਦੇ ਢੇਰ ਇਹ ਕਹਿੰਦੇ ਮੈਂ ਕਿਸੇ ਹੋਰ ਬਾਅਦ ਅਗਲੇ ਦਿਨ ਕਹਿੰਦੇ ਮੈਂ ਕਿਸੇ ਹੋਰ ਸੰਦਰਭ 'ਚ ਕਿਹਾ ਸੀਗਾ ਤੇ ਪਹਿਲਾ ਸੰਦਰਭ ਆਪਾਂ ਕਲੀਅਰ ਕਿਉਂ ਨਹੀਂ ਕਰਦੇ ਪਹਿਲਾਂ ਆਪਾਂ ਜਾਣਬੁੱਝ ਕੇ ਤੇ ਬਿਆਨ ਕਿਉਂ ਕਰਦੇ ਆ ਮੈਂ ਦੱਸ ਦੇਣਾ ਚਾਹੁੰਦਾ ਕਿ ਕੋਈ ਭਾਰਤੀ ਜਨਤਾ ਪਾਰਟੀ ਦੇ ਕੁਝ ਲੀਡਰ ਤੇ ਆਪਸ 'ਚ ਇਕੱਠੇ ਹੋ ਕੇ ਤਾਂ ਜਾਣ ਕੇ ਇੱਦਾਂ ਕਰਦੇ ਵੀ ਅਸੀਂ ਤੁਹਾਡੇ ਖਿਲਾਫ ਬੋਲਾਂਗੇ ਤੁਸੀਂ ਸਾਡੇ ਖਿਲਾਫ ਬੋਲੋ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਇਹ ਪੁਰਾਣੀਆਂ ਪਿਕਚਰਾਂ 'ਚ ਵੀ ਚੱਲਦੀਆਂ ਹੁੰਦੀਆਂ ਸੀ ਪਰ ਗੱਲ ਕਰਦੇ ਹਾਂ ਤਾਂ ਬੀਜੇਪੀ ਦੇ ਵੱਲੋਂ ਵੀ ਮੁੱਦਾ ਚੱਕਿਆ ਗਿਆ ਸੀ ਧਰਨੇ ਲੱਗ ਰਹੇ ਨੇ ਲਗਾਤਾਰ ਲੜੀਵਾਰ ਧਰਨੇ ਲਗਾ ਰਹੇ ਨੇ ਕੌਣ ਲਾ ਰਹੇ ਧਰਨੇ ਬੀਜੇਪੀ ਦੇ ਵੱਲੋਂ ਵੀ ਲਗਾਏ ਜਾ ਰਹੇ ਨੇ ਤੇ ਮੈਂ ਉਹੀ ਤਾਂ ਕਹਿ ਰਿਹਾ ਨਾ ਦੋਨੋਂ ਫਿਕਸ ਮੈਚ ਖੇਡ ਰਹੇ ਆ ਇੱਦਾਂ ਦੀ ਰਾਜਨੀਤੀ ਹੈ ਪੁਰਾਣੀ ਹੋ ਚੁੱਕੀ ਹੈ ਹੁਣ ਕੋਈ ਨਵੀਂ ਚੀਜ਼ ਕੱਢ ਕੇ ਲਿਆਉਣ ਵੈਸੇ ਅੱਜ ਤਾਂ ਜ਼ਰੂਰਤ ਰਾਜਨੀਤੀ ਦੀ ਨਹੀਂ ਹੈਗੀ ਰਾਜਨੀਤੀ ਦੀਆਂ ਰੋਟੀਆਂ ਸੇਕਣ ਦੀ ਨਹੀਂ ਹੈਗੀ ਅੱਜ ਸੇਵਾ ਕਰਨ ਦੀ ਜ਼ਰੂਰਤ ਹੈ ਜੇ ਤੁਹਾਨੂੰ ਉੱਥੇ ਧੱਕੇ ਪੈ ਰਹੇ ਤਾਂ ਉਹਦਾ ਕਾਰਨ ਕਿ ਤੁਸੀਂ ਘਰ ਬੈਠ ਜਾਓ ਤੁਹਾਡੇ ਆਪਣੇ ਵਰਕਰਾਂ ਨੂੰ ਕਹਿ ਦਿਓ ਸੇਵਾ ਕਰਨ ਸਿਰਫ ਉੱਥੇ ਉਤਾਰ ਪਿੰਡੋਂ ਕਰਨਾ ਚਾਹੁੰਦੇ ਤੇ ਉਤਾਰ ਪਿੰਡੋਂ ਹੋਣਾ ਕੋਈ ਨਹੀਂ ਹੁਣ ਗੁੱਸਾ ਜੀ ਤੁਹਾਨੂੰ ਕੀ ਇੱਦਾਂ ਕਿਉਂ ਲੱਗਦਾ ਪਿਆ ਇਕੱਲਾ ਜਿਹੜਾ ਕਾਂਗਰਸ ਤੇ ਬੀਜੇਪੀ ਇੱਦਾਂ ਗੇਮ ਖੇਡ ਰਹੀ ਹੈ ਨਾਲ ਤਾਂ ਵਿਰੋਧ ਤਾਂ ਅਕਾਲੀ ਦਲ ਵੀ ਬਹੁਤ ਕਰ ਰਹੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾਈਆਂ ਜਾ ਰਹੀਆਂ ਅਕਾਲੀ ਦਲ ਦੇ ਖਿਲਾਫ ਦੇਖੋ ਉਹ ਕੁਝ ਪਾਰਟੀਆਂ ਵਾਲੇ ਲੋਕ ਹੋ ਸਕਦੇ ਆ ਪਰ ਕਾਂਗਰਸ ਦੇ ਕੱਲਾ ਕਾਰਕੁਨ ਕੱਲਾ ਵਰਕਰ ਉੱਥੇ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਕੋਈ ਉੱਥੇ ਇਨੀਸ਼ੀਏਟਿਵ ਨਹੀਂ ਲੈ ਰਿਹਾ ਅਸੀਂ ਆਪਣਾ ਕੰਮ ਕਰ ਰਹੇ ਹਾਂ ਜਿਹੜੇ ਵਿਰੋਧੀ ਜਿਹੜੇ ਲੋਕ ਆ ਜਿਹੜੇ ਕਾਂਗਰਸ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਜਾਂ ਕੋਈ ਜਿਹੜੀ ਹੋਰ ਪਾਰਟੀਆਂ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਦੀ ਗੱਲ ਥੋੜਾ ਹੈਗੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਬਿਕਰਮ ਸਿੰਘ ਜੀਠੀਆ ਸਾਹਿਬ ਨੂੰ ਬੜੇ ਆਣੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕੇਜਰੀਵਾਲ ਸਾਹਿਬ ਦੀ ਗੱਲ ਹੀ ਕਰ ਲਓ ਫਿਰ ਬਾਅਦ ਚ ਮਾਫੀ ਮੰਗ ਕੇ ਛੁੱਟੇ ਸੀ ਨਾ ਜੀਠੀਆ ਸਾਹਿਬ ਤੋਂ ਇਹ ਲੋਕਾਂ ਨੇ ਕਰੀ ਜਾਣਾ ਅਸੀਂ ਤਰਜਮਾਨੀ ਕਰਦੇ ਹਾਂ ਅਸੀਂ ਸੇਵਾ ਕਰਦੇ ਹਾਂ ਅੱਜ ਤੋਂ ਪਹਿਲਾਂ ਦਰਬਾਰ ਸਾਹਿਬ ਦਾ ਆਲਾ ਦੁਆਲਾ ਚਾਹੇ ਸਾਡੇ ਵਿਰੋਧ ਤੋਂ ਆਈ ਅਸੀਂ ਦਰਬਾਰ ਸਾਹਿਬ ਦਾ ਆਲਾ ਦੁਆਲਾ ਬਣਿਆ ਕਿੱਡਾ ਵੱਡਾ ਕੰਮ ਪਰਮਾਤਮਾ ਨੇ ਹੱਥੋਂ ਲਿਆ ਸ਼ਹੀਦਾਂ ਦੀ ਯਾਦਗਾਰ ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ 4 에ਅਰਪੋਰਟ ਬਣਾਏ ਸੜਕਾਂ ਇਨਫਰਾਸਟ੍ਰਕਚਰ ਤੇ ਕੰਮ ਕੀਤਾ ਕਬੱਡੀ ਨੌਜਵਾਨਾਂ ਨੂੰ ਕਬੱਡੀ ਨਾਲ ਜੋੜਿਆ ਜਿਹੜੇ ਨਸ਼ੇ ਤੇ ਬਦਨਾਮ ਕਰਦੇ ਸੀ ਉਹਨਾਂ ਨੂੰ ਕਬੱਡੀ ਨਾਲ ਜੋੜਿਆ ਸੀ ਤੇ ਅਸੀਂ ਆਪਣਾ ਕੰਮ ਕਰੀ ਜਾਣਾ ਉਹਨਾਂ ਨੂੰ ਬੋਲਣ ਦੇ ਉਹ ਫਰਕ ਨਹੀਂ ਪਰ ਅੱਜ
ਮੋਹਰੀ ਕਤਾਰ 'ਚ ਖੜਨ ਦੀ ਜ਼ਰੂਰਤ ਨਹੀਂ ਕਿਸਾਨਾਂ ਦੇ, ਪਿੱਛੇ ਖੜਨ ਦੀ ਜ਼ਰੂਰਤ ਹੈ, ਪਿੱਛੇ ਖੜ ਜਾਣ। ਕਿਸਾਨਾਂ ਦੇ ਵੱਲੋਂ ਵਾਰ-ਵਾਰ ਇਹ ਗੱਲ ਕੀ ਇਹਦੇ ਵੀ ਅਕਾਲੀ ਦਲ ਦੇ ਵੱਲੋਂ ਜਿਹੜਾ ਆ ਵਾਕਆਊਟ ਕਿਉਂ ਨਹੀਂ ਕੀਤਾ ਗਿਆ ਜਦੋਂ ਪੱਖ ਦੇ ਵਿੱਚ ਵੋਟਾਂ ਪੈ ਰਹੀਆਂ ਸੀਗੀਆਂ ਇਸ ਕਾਨੂੰਨ ਦੇ ਵਿੱਚ, ਤਾਂ ਉਸ ਵੇਲੇ ਵੋਟਾਂ ਪਈਆਂ, 2 ਵੋਟਾਂ ਪਈਆਂ ਅਕਾਲੀ ਦਲ ਦੇ ਵਿੱਚੋਂ, ਤਾਂ ਇਦਾਂ ਕਿਉਂ ਹੋਇਆ ਵੀ ਪਹਿਲਾਂ ਵਾਕਆਊਟ ਕਿਉਂ ਨਹੀਂ ਕੀਤਾ ਗਿਆ? ਦੇਖੋ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਜਦੋਂ ਤੁਹਾਨੂੰ ਯਾਦ ਹੋਣਾ ਤੇ ਬਠਿੰਡੇ ਦੀ ਧਰਤੀ ਤੇ ਜਦੋਂ ਕਿਸਾਨ ਮਿਲਣ ਆਏ ਸੀ ਸਾਰੇ ਉਹਨਾਂ ਦੇ ਪਿੰਡ ਬਾਦਲ ਪਿੰਡ, ਤੇ ਉਹਨਾਂ ਨੇ ਸਾਫ਼ ਕਿਹਾ ਸੀ ਜੇ ਕੋਈ ਵੀ ਕੰਮ ਕਰਨ ਦੀ ਜ਼ਰੂਰਤ ਪਈ, ਕੁਰਬਾਨੀ ਕਰਨ ਦੀ ਜ਼ਰੂਰਤ ਹੈ, ਸਭ ਤੋਂ ਪਹਿਲਾਂ ਅਸੀਂ ਕਰਾਂਗੇ, ਤੁਹਾਡੇ ਬਿੱਲ ਲੱਗਣ ਨਹੀਂ ਦੇਵਾਂਗੇ। ਜੋ ਮਰਜ਼ੀ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਸ਼ਾਇਦ ਲੱਗਦਾ ਸੀ ਕਿ ਬਿੱਲ ਦੇ ਵਿੱਚ ਕੁਝ ਠੀਕ ਹੋ, ਪਰ ਜਦੋਂ ਬਿੱਲ ਪੜੇ ਤਾਂ ਕਿੰਨਾ ਨੁਕਸਾਨ ਸੀ। ਬਿੱਲ ਪਾਸ ਹੋਣ ਤੋਂ ਪਹਿਲਾਂ ਜਦੋਂ ਵੋਟਿੰਗ ਦਾ ਟਾਈਮ ਸੀ, ਖੜਾ ਕੌਣ ਹੋਇਆ? ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਖੜੇ ਹੋਏ, ਉਹਨਾਂ ਨੇ ਵੋਟਿੰਗ ਖਿਲਾਫ ਕੀਤੀ। ਤੇ ਜਿਹੜੇ ਕਾਂਗਰਸ ਵਾਲੇ ਅੱਜ ਕਿਸਾਨਾਂ ਦੇ ਨਾਲ ਖੜਨ ਦੀ ਕੋਸ਼ਿਸ਼ ਕਰਦੇ ਆ, ਤੇ ਭੱਜੇ ਕਿਉਂ? ਭੱਜ ਕੇ ਕਿੱਥੇ ਚਲੇ ਗਏ? ਇਟਲੀ। ਰਾਹੁਲ ਗਾਂਧੀ, ਸੋਨੀਆ ਗਾਂਧੀ ਰਾਜ ਸਭਾ ਦੇ ਵਿੱਚ 140 ਮੈਂਬਰ ਕਾਂਗਰਸ ਦੇ ਆ ਤੇ 112 ਮੈਂਬਰ ਦੂਜੇ ਪਾਰਟੀਆਂ ਦੇ ਆ, ਭਾਰਤੀ ਜਨਤਾ ਪਾਰਟੀ ਨੂੰ ਵਿੱਚ ਲੈ ਕੇ ਐਨਡੀਏ ਦੇ। ਤੇ ਫਿਰ ਜਦੋਂ ਵੋਟਿੰਗ ਕਰਨ ਦੀ ਵਾਰੀ ਆ, ਵਾਕਆਊਟ ਕਿਉਂ ਕਰਤਾ? ਵੋਟਿੰਗ ਕਰੋ ਨਾ ਖਿਲਾਫ, ਤਾਂ ਜੋ ਬਿੱਲ ਹੀ ਨਾ ਪਾਸ ਹੋ ਗਏ। ਇਹ ਡਰਾਮੇਬਾਜ਼ੀ ਨਹੀਂ ਚੱਲਣੀ। ਅਸੀਂ ਆਪਣਾ ਕੰਮ ਕੀਤਾ, ਜਦੋਂ ਜ਼ਰੂਰਤ ਪਈ ਅਸੀਂ ਖਿਲਾਫ ਵੋਟ ਪਾਈ, ਜਦੋਂ ਜ਼ਰੂਰਤ ਪਈ ਬੀਬਾ ਜੀ ਨੇ ਅਸਤੀਫਾ ਦਿੱਤਾ, ਜਦੋਂ ਜ਼ਰੂਰਤ ਪਈ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਅਵਾਰਡ ਵਾਪਸ ਕੀਤਾ, ਜਦੋਂ ਜ਼ਰੂਰਤ ਪਈ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ, ਜਿਹਦੇ ਅੱਗੇ ਮੋਦੀ ਸਾਹਿਬ ਆਪ ਝੁਕਦੇ ਆ, 7 ਹੱਲ ਦੱਸੇ ਸੀ, ਪਰ ਮੇਰੇ ਖਿਆਲ ਉਹਨਾਂ ਨੂੰ ਸਮਝ ਨਹੀਂ ਆਈ। ਸੁਖਬੀਰ ਸਿੰਘ ਬਾਦਲ ਜੀ ਫਤਿਹਗੜ੍ਹ ਸਾਹਿਬ ਪਹੁੰਚੇ ਤਾਂ ਉੱਥੇ ਬਾਅਦ ਵਿੱਚ ਵਿਰੋਧ ਕੀਤਾ ਗਿਆ, ਬਹੁਤ ਸਾਰੇ ਇੱਥੇ ਸੰਗਤਾਂ ਜਿਹੜੇ ਪਹੁੰਚੀਆਂ ਹੋਈਆਂ ਸੀ, ਉਹਨਾਂ ਨੇ ਉੱਥੋਂ ਵਿਰੋਧ ਕਰਕੇ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸੀਗੀਆਂ, ਤੇ ਉਸ ਤੋਂ ਬਾਅਦ ਜਿਹੜੇ ਬੀਬੀ ਸਿਮਰਤ ਕੌਰ ਬਾਦਲ ਜੀ ਜਿਹੜੇ ਨੇ ਉਹਨਾਂ ਦੇ ਖਿਲਾਫ ਵੀ ਜਿਹੜੇ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ, ਤਾਂ ਉਸ ਤੇ ਤੁਸੀਂ ਕੀ ਕਹਿਣਾ ਹੈ? ਦੇਖੋ ਮੈਂ ਇਹ ਗੱਲ ਕਹਿਣਾ ਵੀ ਜਦੋਂ ਗੁਰੂ ਘਰ ਜਿਹੜਾ ਆ ਜਾਵੇ, ਹੁਣ ਮੋਦੀ ਸਾਹਿਬ ਆਏ ਰਕਾਬਗੰਜ ਸਾਹਿਬ, ਅਸੀਂ ਤਾਂ ਨਹੀਂ ਵਿਰੋਧਤਾ ਕੀਤੀ, ਅਸੀਂ ਤਾਂ ਨਹੀਂ ਕੋਈ ਮਾੜਾ ਬੋਲਿਆ। ਗੁਰੂ ਘਰ ਜਦੋਂ ਆ ਕੇ ਚੁੱਕੇ ਨਾ, ਉਹ ਗੁਰੂ ਘਰ ਹੁੰਦਾ ਆ, ਉੱਥੇ ਸਿਆਸਤਬਾਜ਼ੀ ਦਾ ਕੋਈ ਕੰਮ ਨਹੀਂ, ਸਿਆਸਤ ਨਹੀਂ ਕਰਨੀ ਚਾਹੀਦੀ। ਪਰ ਕੁਝ ਲੋਕ ਇਹੋ ਜਿਹੇ ਲੋਕ ਆ ਜਿਹੜੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਆ, ਤੇ ਉਹ ਹੋਣਾ ਕੋਈ ਨਹੀਂ ਮਾਹੌਲ ਖਰਾਬ। ਹੁਣ ਕਿਸਾਨਾਂ ਦੇ ਮੁੱਦੇ ਤੇ ਸਾਰੇ ਇੱਕ ਹੈ। ਹੁਣ ਬੀਜੇਪੀ ਦੇ ਵੱਲੋਂ ਵੀ ਲਗਾਤਾਰ ਜਿਹੜੇ ਵਿਰੋਧ ਚੱਲਦੇ ਪਏ ਨੇ, ਇੱਕ ਪ੍ਰਦਰਸ਼ਨ ਚੱਲਦੇ ਪਏ ਨੇ, ਉਹ ਕਹਿ ਰਹੇ ਨੇ ਕਿ ਨਹੀਂ ਇਸ ਤਰੀਕੇ ਦੇ ਨਾਲ ਜੋ ਸਕੀਮ ਚਲਾਈਆਂ ਜਾ ਰਹੀਆਂ ਨੇ, ਸਰਕਾਰ ਹੋਵੇ ਚਾਹੇ ਕਾਂਗਰਸ ਦੀ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਕੋਈ ਹੋਵੇ, ਤੇ ਜਾਣਬੁੱਝ ਕੇ ਕੀਤਾ ਜਾ ਰਿਹਾ, ਲੋਕਾਂ ਨੂੰ ਭਰਮਾਇਆ ਜਾ ਰਿਹਾ। ਉਹ ਕਹਿੰਦੇ ਵੀ ਜਿਹੜੇ ਕਾਨੂੰਨ ਨੇ ਬਿਲਕੁਲ ਵਧੀਆ ਨੇ। ਜਿਹਦੇ ਵਾਸਤੇ ਕਾਨੂੰਨ ਬਣਾਏ ਉਹਨਾਂ ਨੂੰ ਕੁਛ ਕਾਨੂੰਨ ਪਸੰਦ ਨਹੀਂ। ਧਾਰਾ 370 ਤੋੜੀ, ਕਹਿੰਦੇ ਬਹੁਤ ਫਾਇਦਾ ਹੋਊਗਾ ਜੀ, ਉਹਨਾਂ ਨੂੰ ਕਹਿ ਰਹੇ ਆ। ਮੁਸਲਮਾਨਾਂ ਤੇ ਕੈਬ ਦੇ ਬਿੱਲ ਬਣਾਇਆ, ਕਹਿੰਦੇ ਤੁਹਾਡੇ ਵਾਸਤੇ ਬਹੁਤ ਫਾਇਦੇਮੰਦ ਹੈ, ਉਹਨਾਂ ਨੂੰ ਸਮਝ ਨਹੀਂ ਆਈ। ਜਿਹੜੇ ਬਿੱਲ GST ਲਾਗੂ ਕੀਤੀ ਗਈ, ਵਪਾਰੀਆਂ ਨੂੰ ਸਮਝ ਨਹੀਂ ਆਈ। ਨੋਟਬੰਦੀ ਕੀਤੀ, ਆਮ ਲੋਕਾਂ ਨੂੰ ਸਮਝ ਨਹੀਂ ਆਈ। ਹੁਣ ਕਿਸਾਨਾਂ ਦੇ ਬਿੱਲ ਬਣਾਏ ਤੇ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ। ਮੈਨੂੰ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਕਿਹੜੀ ਸਮਝ ਆ ਜਿਹੜੀ ਆਮ ਲੋਕਾਂ ਤੱਕ ਸਮਝ ਨਹੀਂ ਪਹੁੰਚਦੇ। ਜਾਂ ਤਾਂ ਪਤਾ ਨਹੀਂ ਉਹ ਉੱਪਰੋਂ ਹੀ ਆਏ ਆ, ਕੋਈ ਮੇਰੇ ਖਿਆਲ ਚਾਂਦ ਚੂਨ ਤੋਂ ਆਏ ਹੋਣੇ, ਜਿਹੜੇ ਸਾਨੂੰ ਤਾਂ ਐਸਟਰੋਨੌਟ ਹੁੰਦੇ ਨਾ ਦੂਜੇ ਦੇਸ਼ ਤੋਂ, ਏਲੀਅਨਸ ਕਹਿੰਦੇ ਜਿਹਨੂੰ, ਵੀ ਏਲੀਅਨਸ ਦੀ ਭਾਸ਼ਾ ਸਮਝ ਨਹੀਂ ਆਉਂਦੀ। ਟੈਕਨੋਲੋਜੀ ਲੱਭਦੇ ਆ ਜਿਹੜੀ ਉਹਨਾਂ ਨੂੰ ਸਾਡੀ ਭਾਸ਼ਾ ਸਮਝ ਆਵੇ ਤੇ ਉਹ ਸਾਡੀ ਉਹਨਾਂ ਨੂੰ ਸਮਝ ਆਵੇ। ਇਹ ਟੈਕਨੋਲੋਜੀ ਲੱਭਣੀ ਪੈਣੀ ਹੈ। ਭਾਜਪਾ ਦੇ ਵੱਲੋਂ ਕੱਲ ਜਿਹੜੀ ਹੈ ਪ੍ਰਦਰਸ਼ਨ ਜਦੋਂ ਕੀਤਾ ਗਿਆ ਸੀ ਤਾਂ ਬਹੁਤ ਸਾਰੀ ਸਿਕਿਉਰਿਟੀ ਸੀਗੀ ਉਹਨਾਂ ਦੀ, ਦੇਖਣ ਦੀ ਲਾਈਵ ਵੀ ਦੇਖਣਾ, ਬਹੁਤ ਸਾਰੀ ਵੀਡੀਓਜ਼ ਵੀ ਦੇਖੀਆਂ ਹੋਣੀਆਂ ਚੈਨਲਸ ਦੇ ਉੱਤੇ। ਤੇ ਜਦੋਂ ਜਵਾਬ ਮੰਗਣ ਦੀ ਕੋਸ਼ਿਸ਼ ਕੀਤੀ, ਪੱਤਰਕਾਰਾਂ ਨੇ ਸਵਾਲ ਕੀਤਾ, ਤਾਂ ਉੱਥੋਂ ਜਿਹੜੇ ਪ੍ਰਧਾਨ ਸੀਗੇ ਲੁਧਿਆਣੇ ਦੇ, ਉਹ ਭੱਜ ਗਏ ਉੱਥੋਂ। ਬਸ ਫਿਰ ਮੇਰੀ ਗੱਲ ਦਾ ਜਵਾਬ ਹੀ ਤੁਸੀਂ ਦੇਤਾ, ਭੱਜ ਗਏ। ਭੱਜਦਾ ਕਿਹੜਾ ਬੰਦਾ ਆ? ਹੁਣ ਅਸੀਂ ਖੜੇ ਆ ਤੁਹਾਡੇ, ਤੁਸੀਂ ਸਵਾਲ ਜਿੰਨੇ ਮਰਜ਼ੀ ਪਾਓ, ਸਾਡਾ ਤੁਹਾਡਾ ਫਰਜ਼ ਹੈ ਜਵਾਬ ਮੰਗਣਾ, ਕਿਉਂਕਿ ਜਿਹੜਾ ਪ੍ਰੈਸ ਹੈ ਚੌਥਾ ਸਤੰਭ ਹੈ, ਲੋਕਾਂ ਦੀ ਆਵਾਜ਼ ਹੈ। ਤੁਸੀਂ ਕਿੱਥੋਂ ਸਵਾਲ ਲੈਂਦੇ ਹੋ? ਤੁਸੀਂ ਲੋਕਾਂ ਦੇ ਸਵਾਲ ਲੈਂਦੇ ਹੋ, ਤੇ ਜੇ ਲੋਕਾਂ ਦੇ ਸਵਾਲ ਤੋਂ ਜੇ ਭੱਜ ਜਾਗੇ ਤੇ ਫਿਰ ਜਵਾਬ ਕਿਹੜੇ ਟਾਈਮ ਲਾਓਗੇ? ਕਿਹੜੇ ਮੂੰਹ ਨਾਲ ਜਾ ਕੇ ਘਰ ਜਾ ਕੇ ਵੋਟਾਂ ਮੰਗੋਗੇ? ਕਿਹੜੇ ਮੂੰਹ ਨਾਲ ਮੋਦੀ ਸਾਹਿਬ ਦੀ ਫੋਟੋ ਲੈ ਕੇ ਜਾਓਗੇ? ਕਿਹੜੇ ਮੂੰਹ ਨਾਲ ਕਮਲ ਦਾ ਝੰਡਾ ਲੈ ਕੇ ਜਾਓਗੇ? ਅੱਜ ਜ਼ਰੂਰਤ ਕੀ ਹੈ? ਜੇ ਤੁਸੀਂ ਅੱਜ ਵੀ, ਮੈਂ ਕਹਿ ਰਿਹਾ ਅੱਜ ਵੀ ਸੁਧਰ ਜੋ, ਕਹਿੰਦੇ ਵੀ ਸਵੇਰ ਦਾ ਭੁੱਲਿਆ ਨਾ ਸ਼ਾਮ ਨੂੰ ਵਾਪਸ ਆ ਜਾਵੇ, ਤੁਹਾਨੂੰ ਭੁੱਲਿਆ ਨਹੀਂ ਕਹਿੰਦੇ। ਅੱਜ ਵੀ ਵਾਪਸ ਆਉਣ ਦਾ ਟਾਈਮ ਹੈ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਉਹ 7 ਪੁਆਇੰਟ ਕੱਢ ਲਓ, ਉੱਤੇ ਕਰਕੇ ਤੇ ਕਿਸਾਨਾਂ ਦੇ ਵਿੱਚ ਵੜ ਜਾਓ ਤੇ ਮਾਫੀ ਮੰਗ ਲਓ। ਕੀ ਝੁਕਣ ਵਾਲੇ ਨੂੰ ਫਲ ਨਹੀਂ ਲੱਗਦੇ? ਹਮੇਸ਼ਾ ਝੁਕਿਆ ਦਰਖਤ ਜਿਹੜਾ ਹੁੰਦਾ ਉਹਨੂੰ ਫਲ ਲੱਗੇ ਹੁੰਦੇ। ਅਗਲਾ ਕੁਐਸਚਨ ਪੁੱਛਣਾ ਚਾਹੁੰਦੇ ਆ, ਬੀਜੇਪੀ ਦੇ ਵੱਲੋਂ ਭਾਜਪਾ ਦੇ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਵੀ ਪੰਜਾਬ ਦੇ ਵਿੱਚ ਕਿ ਉਹ ਜਿੱਤਣਗੇ, ਸਾਰੀ ਸੀਟਾਂ ਉਹ ਲੈ ਕੇ ਜਾਣਗੇ। EVM ਦੇ ਨਾਲ ਇਲੈਕਸ਼ਨ ਕਰਕੇ ਤਾਂ ਹੋ ਸਕਦਾ ਹੈ, ਜਿੱਦਾਂ ਸਿੰਘ ਸਾਹਿਬ ਨੇ ਕਿਹਾ। ਮੈਂ ਉਹਨਾਂ ਦੇ ਉੱਤੇ ਬਿਆਨ ਤਾਂ ਨਹੀਂ ਦੇ ਸਕਦਾ, ਕਿਉਂਕਿ ਸਿੰਘ ਸਾਹਿਬ ਬੜੀ ਇੱਕ ਮਹਾਨ ਹਸਤੀ ਹੈ। ਨਾਲੇ ਦੂਜੀ ਗੱਲ ਰਹਿ ਗਈ ਕਿ ਜਿੱਤ ਹਾਰ ਵੱਡੀ ਹੁੰਦੀ ਹੈ। ਇੱਥੇ ਤਾਂ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਦੇ ਵਿੱਚ ਕਈ ਵਾਰੀ ਕੀ ਹੁੰਦਾ, ਉਹ ਕਹਿੰਦੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਪਰ ਗੱਲ ਹੁਣ ਕਹਿ ਵੀ ਦਿੰਦਾ ਆ, 51 ਖੋਤੇ ਜਿੱਤ ਜਾਂਦੇ ਆ, 49 ਘੋੜੇ ਹਾਰ ਜਾਂਦੇ ਆ। ਹਾਰ ਜਿੱਤ ਵੱਡੀ ਨਹੀਂ ਹੁੰਦੀ। ਹਮੇਸ਼ਾ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਵੱਡਾ ਹੁੰਦਾ ਆ, ਤੇ ਗੁਰੂ ਸਾਹਿਬ ਨੇ ਰਾਜ ਕੀਤਾ ਨਾ ਦਿਲਾਂ ਤੇ ਫਿਰ ਕੀ ਹੋਇਆ? ਇਹ ਤਾਂ ਚੀਜ਼ਾਂ ਚੱਲੀ ਜਾਣੀਆਂ। ਤੇ ਮੈਂ ਇਹ ਬੇਨਤੀ ਕਰਾਂਗਾ ਬਾਰ-ਬਾਰ, ਅੱਜ ਹਾਰ ਜਿੱਤ ਇਲੈਕਸ਼ਨਾਂ ਛੱਡ ਕੇ, ਤੇ ਫਿਰ ਚਲੋ ਜੇ ਹਾਰ ਜਿੱਤ ਤੇ ਵੀ ਆ ਜਾਣੇ ਤੁਹਾਡੀ, ਫਿਰ ਹਰਿਆਣੇ ਦੇ ਵਿੱਚ 2 ਮੇਰ ਦੀ ਇਲੈਕਸ਼ਨਾਂ 'ਚ ਭੱਜੇ ਕਿਉਂ? ਤੁਸੀਂ ਹਾਰੇ ਕਿਉਂ? ਮੈਂ ਫਿਰ ਕਹਿੰਦਾ ਹਾਰ ਜਿੱਤ ਛੱਡ ਕੇ ਕਿਸਾਨਾਂ ਦੀ ਤਰਜਮਾਨੀ ਕਰ ਲਓ, ਨਹੀਂ ਤੇ ਇਤਿਹਾਸ ਤੁਹਾਨੂੰ ਮਾਫ ਨਹੀਂ ਕਰੂਗਾ। ਸੋ ਇਹ ਸਨ ਗੁਰਦੀਪ ਸਿੰਘ ਗੋਸ਼ਾ ਜੀ। ਸੋ ਵਧੇਰੇ ਅਪਡੇਟਸ ਜੁੜੋ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਵਿਪਨ ਅਰੋੜਾ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।